ਰਾਖਨ ਹਾਰ ਦਇਆਲਾ, ਨਾਨਕ ਕਰ ਕੇ ਗੋਲੇ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਸ਼ਬਦੋ ਅਵਤਾਰ, ਚਮਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਸਾਹਿਬੇ ਬਰਕਤ ਸਾਹਿਬੇ ਕਰਾਮਾਤ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ, ਸਾਰੇ ਹੀ ਗੁਰੂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ, ਗੁਰੂ ਦੀ ਸੰਗਤ ਵਿੱਚ ਆਉਣ ਦੇ ਬੈਠਣ ਨਾਲ ਹੀ ਭਾਗ ਵੱਡੇ ਹੋ ਜਾਂਦੇ ਨੇ। ਕਿਉਂਕਿ ਜਦੋਂ ਸਟੇਜ ਤੇ ਬੁਲਾਰਾ ਬੋਲਣ ਵਾਲਾ, ਭਾਵੇਂ ਉਹ ਸਟੇਜ ਸਕੱਤਰ ਹੈ, ਭਾਵੇਂ ਉਹ ਕੀਰਤਨ ਕਰਨ ਵਾਲਾ ਹੈ, ਭਾਵੇਂ ਕਥਾ ਕਰਨ ਵਾਲਾ ਹੈ, ਜਦੋਂ ਵੀ ਸੰਗਤ ਨੂੰ ਸੰਬੋਧਨ ਕਰਦਾ ਹੈ, ਉਹ ਇਹ ਕਹਿੰਦਾ ਹੈ ਕਿ ਸਾਧ ਸੰਗਤ ਜੀ ਸਾਰੇ ਵੱਡੇ ਭਾਗਾਂ ਵਾਲੇ ਹੋ। ਇੱਕ ਮਨੁੱਖ 40 ਸਾਲ ਤੋਂ ਸੰਗਤ ਵਿੱਚ ਆ ਕੇ ਬੈਠ ਰਿਹਾ ਹੈ। ਇੱਕ ਮਨੁੱਖ ਹੁਣੇ ਹੀ ਆ ਕੇ ਸੰਗਤ ਵਿੱਚ ਬੈਠਾ, ਪਰ ਗੁਰੂ ਦੀ ਸੰਗਤ ਵਿੱਚ ਬੈਠਣ ਨਾਲ ਹੀ ਭਾਗ ਵੱਡੇ ਹੋ ਗਏ। ਇਸ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਨੇ, ਆ ਹਜੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਅਸਤ, ਆ ਹਜੂਮੇ ਖੁਸ਼ ਕੇ ਬਹਿਰੇ ਬੰਦਗੀ ਅਸਤ, ਆ ਹਜੂਮੇ ਖੁਸ਼ ਕੇ ਬਹਿਰੇ ਯਾਰ ਦੋਸਤ, ਆ ਹਜੂਮੇ ਖੁਸ਼ ਕੇ ਬਹਿਰੇ ਬੁਨਿਆਦ ਦੋਸਤ। ਹਜੂਮ ਤੋਂ ਭਾਵ ਸੰਗਤ ਇਕੱਠ। ਗੁਰੂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਸਾਰਿਆਂ ਨਾਲੋਂ ਉਹ ਹਜੂਮ ਭਾਵ ਉਹ ਇਕੱਠ, ਉਹ ਸੰਗਤ ਚੰਗੀ ਹੈ ਜਿੱਥੇ ਬੈਠ ਕੇ ਪਿਆਰੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਜਾਂਦਾ ਹੈ, ਜਿੱਥੇ ਉਸ ਦੀ ਬੰਦਗੀ ਵਿੱਚ ਜੁੜਿਆ ਜਾਂਦਾ ਹੈ, ਜਿੱਥੇ ਜੀਵਨ ਦਾ ਅਸਲ ਮਨੋਰਥ ਪਤਾ ਲੱਗਦਾ ਹੈ, ਜੀਵਨ ਦੀ ਬੁਨਿਆਦ ਘੜੀ ਜਾਂਦੀ ਹੈ, ਸੰਸਾਰ ਤੇ ਅਸੀਂ ਆਏ ਕੀ ਕਰਨ ਹਾਂ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਸਿੱਖ ਦੋਏ ਸਾਧ ਸੰਗਤ ਤੇ ਪੰਜੀ ਪਰਮੇਸ਼ਰ। ਜਿੱਥੇ ਇੱਕ ਸਿੱਖ ਬੈਠਾ ਹੈ, ਉਹ ਇੱਕ ਹੈ ਨਿਤਨੇਮ ਕਰ ਰਿਹਾ ਘਰ ਵਿੱਚ, ਕਿਤੇ ਰਸਤੇ ਵਿੱਚ ਸਫ਼ਰ ਕਰਦਿਆਂ ਕਰ ਰਿਹਾ ਹੈ। ਇੱਕ ਹੈ ਜਿੱਥੇ ਦੋ ਬੈਠ ਜਾਂਦੇ ਨੇ, ਉੱਥੇ ਸਾਧ ਸੰਗਤ, ਤੇ ਜਿੱਥੇ ਪੰਜ ਬੈਠ ਗਏ ਉੱਥੇ ਪਰਮਾਤਮਾ ਆਪ ਮੌਜੂਦ। ਸੋ ਗੁਰਬਾਣੀ ਸਾਨੂੰ ਬੜਾ ਕੁਝ ਸਮਝਾਉਂਦੀ ਹੈ। ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵ ਰਹਿ ਨਾਮ ਜਪਾਵੇ। ਰੋਜ਼ ਬਾਣੀ ਪੜ੍ਹਨ ਵਾਲੇ ਹਾਂ, ਕਿਉਂਕਿ ਅੱਜ ਕੱਲ੍ਹ ਮੋਬਾਈਲ ਨੇ, ਕੰਪਿਊਟਰ, ਲੈਪਟਾਪ ਨਾਲ ਬੰਦੇ ਨੂੰ ਬੜਾ ਆਰਾਮ ਹੋ ਗਿਆ। ਗੁਰਬਾਣੀ ਦਾ ਅਰਥ ਤੁਸੀਂ ਪੜ੍ਹ ਸਕਦੇ ਹੋ। ਭਾਈ ਗੁਰਦਾਸ ਜੀ ਨੂੰ
ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੇ ਕਵਿਤ, ਭਾਈ ਨੰਦ ਲਾਲ ਜੀ ਨੂੰ ਪੜ੍ਹ ਸਕਦੇ ਹੋ। ਜਿਸ ਵਿਦਵਾਨ ਨੂੰ ਤੁਸੀਂ ਪੜ੍ਹੋ ਨਾਲ ਅਰਥ ਵੀ ਲਿਖਿਆ ਹੋਇਆ ਹੈ ਅੰਗਰੇਜ਼ੀ ਵਿੱਚ ਵੀ। ਇਸ ਕਰਕੇ ਬਾਣੀ ਪੜ੍ਹ ਕੇ ਸਾਨੂੰ ਬੜਾ ਕੁਝ ਜੀਵਨ ਦਾ ਇੱਕ ਮਨੋਰਥ ਸਮਝ ਆਉਂਦਾ ਹੈ ਤੇ ਗੁਰਬਾਣੀ ਸਾਨੂੰ ਬੜਾ ਕੁਝ ਉਪਦੇਸ਼ ਦਿੰਦੀ ਹੈ। ਸੋ ਇਹ ਵੀਰ ਜਿਹੜੇ ਗੁਰਜਸ ਸੇਵਕ ਜਥੇ ਵਾਲੇ ਨੌਜਵਾਨ ਬੱਚੇ, ਇਹਨਾਂ ਨੇ ਕਾਫੀ ਦਿਨ ਤੋਂ ਇਹ ਉਪਰਾਲਾ ਕਰਕੇ ਇਹ ਪ੍ਰੋਗਰਾਮ ਜਿਹੜਾ ਸਾਲਾਨਾ ਗੁਰਮਤਿ ਰੱਖਦੇ ਨੇ ਤੇ ਬੜਾ ਉਤਸ਼ਾਹ ਵੀ ਹੈ। ਕਈ ਦਿਨਾਂ ਤੋਂ ਨੋਟ ਕਰ ਰਿਹਾ ਸੀ ਮੈਂ ਮੋਬਾਈਲ ਤੇ ਇੱਕ ਤੋਂ ਇੱਕ ਮੈਸੇਜ ਕਿ ਇਸ ਤਰੀਕੇ ਨਾਲ ਕਰਨਾ ਹੈ, ਇਸ ਤਰੀਕੇ ਨਾਲ ਉਦਮ, ਤੇ ਨਾਲ ਦੇ ਨਾਲ ਇਹ ਦੱਸ ਵੀ ਰਹੇ ਸਨ। ਸੋ ਗੁਰਬਾਣੀ ਜਿੱਥੇ ਮਨੁੱਖ ਆਪ ਪੜ੍ਹਦਾ ਹੈ, ਜਿੱਥੇ ਬਾਣੀ ਵਿਚਾਰਦਾ ਹੈ, ਜਿੱਥੇ ਹੱਥੀਂ ਸੇਵਾ ਹੈ, ਉੱਥੇ ਇਹ ਵੀ ਬੜੀ ਬਹੁਤ ਵੱਡੀ ਸੇਵਾ ਹੈ ਕਿ ਕਿਸੇ ਨੂੰ ਗੁਰੂ ਦੇ ਨਾਲ ਜੋੜ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਿਆਰਿਆ, ਜਦੋਂ ਉਹਨਾਂ ਕੋਲ ਪੁੱਛੀਏ ਤੇ ਉਹ ਕੀ ਕਹਿੰਦੇ ਨੇ? ਭਾਈ ਗੁਰਦਾਸ ਜੀ ਕਹਿੰਦੇ ਨੇ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਤੈਸਾ ਪੁਨ ਏਕ ਸਿੱਖ ਕੋ ਨਵਾਏ ਕਾ। ਕਹਿੰਦੇ ਨੇ, ਮਨੁੱਖ ਤੂੰ 5 ਵਾਰ ਜਾ ਕੇ ਗੰਗਾ ਦਾ ਇਸ਼ਨਾਨ ਕਰਾ, ਕਿਉਂਕਿ ਹਿੰਦੂ ਮਤ ਅਨੁਸਾਰ ਜਿਹੜਾ ਹੈ ਉਹ ਤੀਰਥਾਂ ਦਾ ਇਸ਼ਨਾਨ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ। 5 ਵਾਰੀ ਜਾ ਕੇ ਤੂੰ ਗੰਗਾ ਦਾ ਇਸ਼ਨਾਨ ਕਰਕੇ ਆ ਜਾ। ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਤੈਸਾ ਪੁਨ ਏਕ ਸਿੱਖ ਕੋ ਨਵਾਏ ਕਾ। ਪ੍ਰਯਾਗ ਜਿਹੜਾ ਹੈ ਇਲਾਹਾਬਾਦ ਦੇ ਅੰਦਰ ਇੱਕ ਤੀਰਥ ਹੈ, ਜਿਸ ਨੂੰ ਤੁਸੀਂ ਮਾਘੀ ਦੀ ਹੁਣ ਸੰਗਰਾਂਦ ਪਿੱਛੇ ਗਈ ਹੈ ਨਾ, ਤੇ ਉਸ ਦਿਨ ਉੱਥੇ ਜਾ ਕੇ ਇਸ਼ਨਾਨ ਕਰਨਾ ਬਹੁਤ ਵੱਡਾ ਮਹੱਤਵ ਸ਼ਾਸਤਰਾਂ ਦੇ ਅੰਦਰ ਲਿਖਿਆ ਹੋਇਆ ਹੈ। ਕਹਿੰਦੇ ਨੇ, ਇਤਨਾ ਵੱਡਾ ਪੁੰਨ ਹੈ ਜੇ ਤੂੰ ਕਿਸੇ ਭਾਵਨਾ ਵਾਲੇ ਸਿੱਖ ਨੂੰ ਪਿਆਰ ਨਾਲ ਘਰ ਬਿਠਾ ਕੇ ਉਹਨੂੰ ਇਸ਼ਨਾਨ ਕਰਾ ਲਵੇਂ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ ਉਦੋਂ। ਜਦੋਂ ਗੁਰਬਾਣੀ ਉਚਾਰਨ ਕੀਤੀ ਹੈ ਉਦੋਂ ਸਿੱਖ ਕਿਤੇ ਟਾਵਾਂ ਟਾਵਾਂ ਪਿੰਡਾਂ ਵਿੱਚ ਦੂਰ ਵਸਦੇ ਸਨ, ਤੇ ਕੋਈ ਜਾਂਦਾ ਸੀ ਤੇ ਭਾਵਨਾ ਨਾਲ ਸੇਵਾ ਕਰਨ ਦਾ ਕਿੰਨਾ ਵੱਡਾ ਮਹੱਤਵ ਹੈ। ਕਹਿੰਦੇ ਨੇ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਤੈਸਾ ਪੁਨ ਏਕ ਸਿੱਖ ਕੋ ਨਿਭਾਏ ਕਾ। ਸਿੱਖ ਕੋ ਪਿਲਾਏ ਪਾਣੀ ਪਾਓ, ਕਰ ਕੁਰਖੇਤ ਅਸ਼ਵਮੇਧ ਫਲ, ਸਿੱਖ ਕੋ ਜਿਵਾਏ ਕਾ। ਕਹਿੰਦੇ ਨੇ, ਇੰਨਾ ਵੱਡਾ ਪੁੰਨ ਫਲ ਹੈ, ਕਿੰਨਾ ਵੱਡਾ। ਕਹਿੰਦੇ ਨੇ, ਜੇ ਕਿਸੇ ਨੂੰ ਭਾਵਨਾ ਨਾਲ ਪਿਆਸੇ ਨੂੰ ਪਾਣੀ ਪਿਆ ਦਿੱਤਾ ਜਾਵੇ, ਜੇ ਕਿਸੇ ਭੁੱਖੇ ਨੂੰ ਲੰਗਰ ਛਕਾ ਦਿੱਤਾ ਜਾਵੇ। ਅੱਜ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੇ, ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਗਾਇਆ ਸੀ। ਅੱਜ ਤੁਸੀਂ ਦੇਖੋ ਬਾਰਡਰ ਤੇ ਬੈਠੇ ਕੇਵਲ ਪ੍ਰਸ਼ਾਦੇ ਦਾ ਲੰਗਰ ਹੀ ਨਹੀਂ ਵਰਤ ਰਿਹਾ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੇ ਉੱਥੇ ਬਦਾਮਾਂ ਦਾ ਲੰਗਰ ਲਗਾਇਆ ਹੋਇਆ ਹੈ, ਉੱਥੇ ਪ੍ਰਸ਼ਾਦਿਆਂ ਦਾ, ਉੱਥੇ ਗਰਮ ਕੱਪੜਿਆਂ ਦਾ, ਗਰਮ ਕੰਬਲਾਂ ਦਾ ਲੰਗਰ ਲਗਾਇਆ ਹੈ। ਇਹ ਸਿੱਖ ਦੇ ਅੰਦਰ ਭਾਵਨਾ ਗੁਰੂ ਨਾਨਕ ਦੇਵ ਜੀ ਨੇ ਐਸੀ ਪੈਦਾ ਕੀਤੀ ਹੈ। ਫਿਰ ਕਹਿੰਦੇ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁਨ ਏਕ ਸਿੱਖ ਕੋ ਸ਼ਬਦ ਸਿਖਾਏ ਕਾ। ਸਤ ਬਚਨ ਹੈ, ਇਹਦੇ ਅਰਥ ਨੇ, ਕਿਉਂਕਿ ਮੈਂ ਵੀ 2-4 ਵਾਰੀ ਪੜ੍ਹਿਆ, ਜਦੋਂ ਡੂੰਘਾਈ ਨਾਲ ਪੜ੍ਹਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ 100 ਮੰਦਰ ਸੋਨੇ ਦੇ ਦਾਨ ਕਰਕੇ ਤੁਸੀਂ ਦਾਨ ਕਰ ਦਿਓ, ਇਤਨਾ ਵੱਡਾ ਪੁੰਨ ਹੈ। ਜੇ ਕਿਸੇ ਨੂੰ ਬਾਣੀ ਪੜ੍ਹਨਾ ਸ਼ੁਰੂ ਕਰਵਾ ਦਈਏ, ਕਿਸੇ ਨੂੰ ਗੁਰਬਾਣੀ ਨਾਲ ਜੋੜ ਦਈਏ, ਕੀਰਤਨ ਨਾਲ ਜੋੜ ਦਈਏ, ਗੁਰੂ ਕੀ ਸੰਗਤ ਵਿੱਚ ਆਉਣ ਦਾ ਕਿਸੇ ਨਾਲ ਪ੍ਰੇਰ ਕੇ ਲਿਆਈਏ, ਇਹ ਬਹੁਤ ਵੱਡਾ ਮਹੱਤਵ ਹੈ। ਸੋ ਇਹ ਨੌਜਵਾਨ ਵੀਰ ਜਿਨ੍ਹਾਂ ਵਿੱਚੋਂ ਬੜੇ ਹੀ ਉਤਸ਼ਾਹਤ ਮੇਰੇ ਛੋਟੇ ਵੀਰ ਮਲਕੀਤ ਸਿੰਘ ਜੀ ਨਿਰਮਾਣ ਬਹੁਤ ਉਦਮ ਕਰਦੇ ਨੇ। ਕੱਲ ਪਰਸੋਂ ਮੈਂ ਗੱਲ ਵੀ ਕੀਤੀ ਸੀ, ਮੈਂ ਕਿਹਾ ਤੇ ਵੀਰ ਤੇਰਾ ਆਨੰਦ ਕਾਰਜ ਹੋਣਾ ਹੈ। ਮੈਨੂੰ ਕਹਿੰਦੀ, ਵੀਰ ਜੀ ਆਨੰਦ ਕਾਰਜ ਤੇ ਹੁੰਦਾ ਰਹੇਗਾ, ਪਰ ਸਭ ਤੋਂ ਪਹਿਲਾ ਵੱਡਾ ਕੰਮ ਇਹ ਗੁਰੂ ਦਾ ਹੈ। ਦੇਖੋ ਕਿੰਨੀ ਭਾਵਨਾ ਹੈ। ਅਸੀਂ ਭਾਵਨਾ ਬਣਾਵਾਂਗੇ
ਤੇ ਸਾਡਾ ਗੁਰੂ ਨਾਲ ਨਿਹ ਬਣੇਗਾ। ਕਿਉਂਕਿ ਪ੍ਰੀਤ ਜਿਹੜੀ ਹੈ ਇੱਕ ਤਰਫਾ ਨਹੀਂ, ਗੁਰੂ ਤਾਂ ਸਾਨੂੰ ਰੋਜ਼ ਕਹਿੰਦਾ ਹੈ, ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕਿੰਨੇ ਕਿੰਨੇ ਜਿਹੜੇ ਭਾਗਾਂ ਵਾਲੇ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਦੇ ਦਰ ਤੇ ਆ ਕੇ ਬਾਣੀ ਪੜ੍ਹਦੇ ਨੇ, ਕਿੰਨੇ ਕਿੰਨੇ ਸ਼ਰਧਾ ਵਾਲੇ ਜਿਹੜੇ ਆ ਕੇ ਗੁਰੂ ਨਾਲ ਜੁੜਦੇ ਨੇ, ਆਪਣੇ ਘਰਾਂ ਦੇ ਅੰਦਰ ਉੱਠ ਕੇ ਨਿਤਨੇਮ ਕਰਦੇ ਨੇ। ਸੋ ਗੁਰੂ ਵੱਲੋਂ ਤਾਂ ਪ੍ਰੀਤ ਹੈ ਸਿੱਖ ਨਾਲ। ਗੁਰੂ ਰੋਜ਼ ਅੰਮ੍ਰਿਤ ਵੇਲੇ ਜਦੋਂ ਸਿੱਖ ਨਿਤਨੇਮ ਕਰਦਾ ਹੈ ਨਾ, ਗੁਰੂ ਦੇ ਦਰ ਤੇ ਬੈਠਾ ਹੋਇਆ ਭਾਈ ਸਾਹਿਬ, ਗੁਰੂ ਕਾ ਵਜ਼ੀਰ ਆਨੰਦ ਸਾਹਿਬ ਪੜ੍ਹਦਾ ਹੁੰਦਾ, ਤੇ ਗੁਰੂ ਪਾਤਸ਼ਾਹ ਉਹਦੇ ਵਿੱਚ ਆਵਾਜ਼ ਮਾਰ ਰਹੇ ਨੇ। ਪਰ ਅਸੀਂ ਭਾਵਨਾ ਬਣਾਈਏ, ਅਸੀਂ ਮਨ ਬਣਾਈਏ ਤੇ ਆ ਕੇ ਗੁਰੂ ਨੂੰ ਆਪਣੀ ਗਲਵਕੜੀ ਵਿੱਚ ਲਈਏ। ਕਿਉਂਕਿ ਇੱਕ ਤਰਫਾ ਪ੍ਰੀਤ ਨਾ ਬਣਾਣੀ। ਗੁਰੂ ਜਦੋਂ ਵੀ ਬੰਦਾ ਆਏਗਾ ਤੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣਾਏਗਾ ਤੇ ਗੁਰੂ ਦਾ ਹਮੇਸ਼ਾ ਹੀ ਪ੍ਰੀਤ ਕਰਦਾ ਹੈ। ਪ੍ਰੀਤ ਹੀ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਦੇ ਸੰਬੰਧ ਵਿੱਚ ਪ੍ਰੋਗਰਾਮ ਰੱਖਿਆ ਹੈ। ਧੰਨ ਧੰਨ ਬਾਬਾ ਹਿੰਮਤ ਸਿੰਘ ਜੀ, ਉਹਨਾਂ ਦੀ ਮਿੱਠੀ ਯਾਦ ਵਿੱਚ ਪ੍ਰੋਗਰਾਮ ਇਹ ਉਲੀਕਿਆ ਗਿਆ ਹੈ। ਸੋ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜ੍ਹਦੇ ਹਾਂ। ਇਤਿਹਾਸ ਤਾਂ ਬਹੁਤ ਵੱਡਾ ਹੈ। ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਜੀਵਨ ਜੀਣ ਦੀ ਜਾਚ ਸਿਖਾਈ ਹੈ। ਉਪਦੇਸ਼ ਸਾਰੇ ਗੁਰੂ ਪਾਤਸ਼ਾਹ ਜੀ ਨੇ ਇੱਕੋ ਹੀ ਦਿੱਤਾ ਹੈ ਸਾਨੂੰ। ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਤਾਂ ਥੋੜੀ ਟੂਕ ਮਾਤਰ ਆਪ ਜੀ ਨਾਲ ਸਾਂਝ ਪਾਵਾਂ। ਗੁਰੂ ਤੇਗ ਬਹਾਦਰ ਜੀ ਦੀ ਆਮਦ ਅੰਮ੍ਰਿਤਸਰ ਦੀ ਧਰਤੀ ਤੇ, ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ, ਉਸ ਸਥਾਨ ਤੇ ਹੋਈ ਸਨ 1621 ਈਸਵੀ ਵਿੱਚ। ਕਦੀ ਦਰਬਾਰ ਸਾਹਿਬ ਜਾਂਦੇ ਹੋ ਨਾ ਅੰਮ੍ਰਿਤਸਰ, ਤੇ ਉੱਥੋਂ ਥੋੜੀ ਦੂਰੀ ਤੇ ਹੀ ਗੁਰਦੁਆਰਾ ਹੈ ਗੁਰੂ ਕੇ ਬਾਗ, ਗੁਰੂ ਕੇ ਮਹਿਲ। ਉਸ ਧਰਤੀ ਨੂੰ ਬੜੇ ਭਾਗ ਲੱਗੇ ਨੇ। ਉੱਥੇ ਗੁਰੂ ਰਾਮਦਾਸ ਜੀ ਪਰਿਵਾਰ ਸਹਿਤ ਰਹੇ ਨੇ, ਗੁਰੂ ਅਰਜਨ ਦੇਵ ਜੀ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਟਿਕੇ ਨੇ। ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸਨ ਗੁਰੂ ਤੇਗ ਬਹਾਦਰ ਜੀ ਪੰਜਵੇਂ। ਇਤਿਹਾਸ ਖੈਰ ਆਪ ਸਾਰਿਆਂ ਨੂੰ ਪਤਾ ਹੈ। ਮਾਤਾ ਦਾ ਨਾਮ ਮਾਤਾ ਨਾਨਕੀ, ਕਿਉਂਕਿ ਸੰਸਾਰ ਦੇ ਅੰਦਰ ਕਿਸੇ ਮਨੁੱਖ ਦੀ ਪੂਜਾ ਨਹੀਂ ਹੁੰਦੀ, ਗੁਣਾ ਕਰਕੇ ਪੂਜਾ ਹੁੰਦੀ ਹੈ। ਜਿਤਨੇ ਸੰਸਾਰ ਦੇ ਅੰਦਰ ਭਲਾਈ ਦੇ ਕੰਮ ਕੀਤੇ ਨੇ, ਚਾਹੇ ਮਨੁੱਖ ਨੇ, ਉਤਨੀ ਉਸ ਦੀ ਪੂਜਾ ਹੈ, ਉਤਨੀ ਉਸ ਦੀ ਮਹਾਨਤਾ ਹੈ। ਇੱਕ ਵਿਦਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਦਾ ਹੈ, ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ। ਉਹ ਲਿਖਦੇ ਨੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿ ਸੰਸਾਰ ਦੇ ਅੰਦਰ ਕਿਸੇ ਮਨੁੱਖ ਦੀ ਇੱਜ਼ਤ, ਸ਼ੋਭਾ, ਵਡਿਆਈ ਉਹਨੂੰ ਤਾਂ ਮਿਲਦੀ ਹੈ ਜੇ ਉਸਨੇ ਕੋਈ ਸੰਸਾਰ ਦੇ ਅੰਦਰ ਮਹਾਨ ਕੰਮ ਕੀਤੇ, ਆਪ ਕੀਤੇ ਹੋਣ, ਜਾਂ ਫਿਰ ਉਹਦੇ ਵੱਡੇ ਵਡੇਰਿਆਂ ਨੇ ਕੀਤੇ ਹੋਣ, ਜਾਂ ਫਿਰ ਉਸ ਦੀ ਔਲਾਦ ਨੇ ਕੀਤੇ ਹੋਣ। ਪਰ ਉਹ ਬਚਨ ਗੁਰੂ ਤੇਗ ਬਹਾਦਰ ਜੀ ਦੇ ਵੀ ਟੁਕਦੇ ਨੇ ਕਿ ਗੁਰੂ ਤੇਗ ਬਹਾਦਰ ਜੀ, ਜਦੋਂ ਅਸੀਂ ਤੁਹਾਡੇ ਵੱਲ ਤੱਕਦੇ ਹਾਂ ਤੇ ਤੁਸੀਂ ਵੀ ਮਹਾਨ, ਤੁਹਾਡੇ ਵੱਲ ਤੱਕਦੇ ਹਾਂ ਤੇ ਕੇਵਲ ਬਚਨ ਕੀਤਾ ਨਾ ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ। ਤੇ ਫਿਰ ਉਸ ਨੂੰ ਕਮਾ ਕੇ ਦੱਸਿਆ ਕਿ ਸੰਸਾਰ ਦੇ ਲੋਕੋ ਨਹੀਂ, ਆਪ ਵੀ ਨਹੀਂ ਡਰਨਾ, ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਕੋਲ ਡਰਨਾ ਹੈ। ਫਿਰ ਆਪ ਗੁਰੂ ਤੇਗ ਬਹਾਦਰ ਜੀ ਨੇ ਸੰਸਾਰ ਦੇ, ਸਾਡੇ ਕੋਲ ਇਤਿਹਾਸ ਭਰਿਆ ਹੋਇਆ ਇਸ ਦਿੱਲੀ ਦੇ ਚਾਂਦਨੀ ਚੌਕ ਵਿੱਚ, ਕੇਵਲ ਹਿੰਦੂ ਧਰਮ ਦੇ ਜੰਜੂ ਨੂੰ ਬਚਾਉਣ ਵਾਸਤੇ, ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ
ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਇਸ ਦਿੱਲੀ ਦੀ ਧਰਤੀ ਤੇ। ਫਿਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਤੁਹਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਪੜ੍ਹਦੇ ਹਾਂ, ਤੁਹਾਡੇ ਪਿਤਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹ ਵੀ ਮਹਾਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੇ ਮਾਲਕ, ਜਿਨ੍ਹਾਂ ਨੇ 4 ਜੰਗਾਂ ਲੜੀਆਂ, 4ਾਂ ਵਿੱਚੋਂ ਜਿੱਤ ਪ੍ਰਾਪਤ ਕੀਤੀ। ਮੀਰੀ ਅਤੇ 2 ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ। ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ, ਬਿਲਕੁਲ ਸਾਹਮਣੇ ਹੀ ਅਕਾਲ ਤਖਤ ਸਾਹਿਬ ਸਾਡੀ ਝੋਲੀ 'ਚ ਪਾਇਆ ਤੇ ਕਿਹਾ ਜਿੱਥੇ ਫੈਸਲਾ ਲੈਣ ਵਾਸਤੇ, ਇਨਸਾਫ ਲੈਣ ਵਾਸਤੇ ਦਿੱਲੀ ਜਾਂਦੇ ਸਨ ਜਾਂ ਲਾਹੌਰ ਜਾਂਦੇ ਸਨ, ਉਹ ਤਖਤ ਤਾਂ ਝੂਠੇ ਨੇ, ਪਰ ਇਹ ਅਕਾਲ ਦਾ ਤਖਤ ਸਦਾ ਵਾਸਤੇ ਕਾਇਮ ਕਰਕੇ ਦੇ ਦਿੱਤਾ, ਜਿੱਥੇ ਕੇਵਲ ਸੱਚ ਦਾ ਇਨਸਾਫ ਹੁੰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ, ਤੁਹਾਡੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਮਹਾਨ, ਤੁਸੀਂ ਆਪ ਮਹਾਨ, ਤੁਹਾਡੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਵੱਲ ਤੱਕਦੇ ਆ, ਉਹ ਵੀ ਮਹਾਨ, ਤੇ ਤੁਹਾਡੇ ਪੋਤਰੇ 4 ਸਾਹਿਬਜ਼ਾਦੇ, ਉਹਨਾਂ ਵੱਲ ਤੱਕਦੇ ਹਾਂ ਤੇ ਉਹ ਵੀ ਮਹਾਨ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਵੀ ਮਹਾਨ, ਉਹਨਾਂ ਦਾ ਵੀ ਕੋਈ ਸੰਸਾਰ ਦੇ ਅੰਦਰ ਸਾਨੀ ਨਹੀਂ। ਸੋ ਗੁਰੂ ਤੇਗ ਬਹਾਦਰ ਜੀ ਨੇ ਬੜੀਆਂ ਬਰਕਤਾਂ ਵਰਤਾਈਆਂ ਨੇ। ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ, 4 ਸਾਲ ਦੀ ਉਮਰ ਵਿੱਚ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਣਾ ਹੈ, ਬਰਾਤ ਦੀ ਤਿਆਰੀ ਹੋ ਰਹੀ ਹੈ, ਜੰਝ ਚੜ੍ਹਨ ਵਾਸਤੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ। ਠੰਡ ਦਾ ਸਮਾਂ ਹੈ, ਆਪ ਬਾਹਰ ਨਿਕਲੇ, ਮਾਤ ਨਾਨਕੀ ਨੇ ਬੜਾ ਸੁੰਦਰ ਕੀਮਤੀ ਪੁਸ਼ਾਕਾ ਬਣਾ ਕੇ ਦਿੱਤਾ ਹੈ ਤੇ ਦੇਖਿਆ ਇੱਕ ਬੱਚਾ ਜਿਹਦੇ ਸਰੀਰ ਤੇ ਕੱਪੜਾ ਨਹੀਂ, ਉਹ ਆਪਣਾ ਕੀਮਤੀ ਪੁਸ਼ਾਕਾ ਲਾ ਕੇ ਉਸ ਬੱਚੇ ਨੂੰ ਪਵਾ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਤੱਕਦੇ ਹਾਂ, ਜਦੋਂ ਕਰਤਾਰਪੁਰ ਦੇ ਅੰਦਰ ਜੰਗ ਹੋਈ ਹੈ, ਉੱਥੇ ਸ਼ਸਤਰਾਂ ਦੇ ਜੋਹਰ ਦਿਖਾਏ ਨੇ। ਉੱਥੇ ਹੀ ਕਰਤਾਰਪੁਰ ਦੇ ਅੰਦਰ ਹੀ ਮਾਤਾ ਗੁਜਰੀ ਜੀ ਨਾਲ ਆਨੰਦ ਕਾਰਜ ਹੋਇਆ ਹੈ। ਮਾਤਾ ਗੁਜਰੀ ਜੀ ਵੱਲ ਤੱਕਦੇ ਹਾਂ, ਉਹ ਵੀ ਮਹਾਨ ਨੇ, ਉਹਨਾਂ ਦਾ ਵੀ ਕੋਈ ਸਾਨੀ ਨਹੀਂ ਸੰਸਾਰ ਦੇ ਅੰਦਰ। ਮਾਤਾ ਗੁਜਰੀ ਜੀ ਇੱਕ ਐਸੇ ਨੇ ਜਿਹੜੇ ਆਪ ਸ਼ਹੀਦ, ਸਿੱਖ ਧਰਮ ਦੇ ਪਹਿਲੇ ਇਸਤਰੀ ਨੇ ਜਿਹੜੇ ਆਪ ਸ਼ਹੀਦ ਨੇ, ਆਪ ਸ਼ਹੀਦ, ਜਿਨ੍ਹਾਂ ਦਾ ਪਤੀ ਸ਼ਹੀਦ, ਜਿਨ੍ਹਾਂ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ, 4 ਪੋਤਰੇ ਸ਼ਹੀਦ, ਜਿਨ੍ਹਾਂ ਦਾ ਭਰਾ ਮਾਮਾ ਕਿਰਪਾਲ ਚੰਦ ਸ਼ਹੀਦ, ਤੇ ਜਿਨ੍ਹਾਂ ਦੇ ਨਨਾਣ ਬੀਬੀ ਵੀਰੋ ਜੀ ਦੇ 5 ਪੁੱਤਰ, 5 ਦੇ 5 ਸ਼ਹੀਦ ਨੇ। ਤੇ ਇਤਿਹਾਸਕਾਰ ਲਿਖਦੇ ਨੇ, ਆਨੰਦ ਕਾਰਜ ਤੋਂ ਬਾਅਦ ਬਾਬੇ ਬਕਾਲੇ ਵੀ ਜਾ ਕੇ ਕੁਝ ਸਮਾਂ ਰਹੇ ਨੇ, ਕਾਫੀ ਸਮਾਂ ਉੱਥੇ ਬਤੀਤ ਕੀਤਾ ਹੈ। ਹਿਸਟਰੀ ਪੜ੍ਹਦੇ ਆਏ ਪਤਾ ਲੱਗਦਾ ਹੈ 30 ਸਾਲ ਤੋਂ ਵੀ ਉਮਰ ਵੱਧ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਹੋਈ ਹੈ। ਇਹਨਾਂ ਦੀ ਕੁੱਖ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ, ਗੁਰੂ ਤੇਗ ਬਹਾਦਰ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਆਪਣੀ ਬਾਣੀ ਵਿੱਚ ਕਹਿੰਦੇ ਨੇ, ਤਾਤ ਮਾਤ ਮੁਰ ਅਲਖ ਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ। ਮੇਰੇ ਮਾਤਾ ਪਿਤਾ ਨੇ ਬਹੁਤ ਤਪੱਸਿਆ ਕੀਤੀ, ਤਾਂ ਕਹਿੰਦੇ ਨੇ ਮੇਰਾ ਜਨਮ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਦੇ ਹਾਂ, ਸਮਾਂ ਆਪਣੀ ਚਾਲ ਚੱਲਿਆ। ਗੁਰੂ ਹਰਿਰਾਏ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਆਇਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਦਿੱਲੀ ਦੀ ਧਰਤੀ ਤੇ ਆਪ ਜੋਤੀ ਜੋਤ ਸਮਾ ਗਏ ਤੇ ਸਿੱਖ ਸੰਗਤਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ, ਪੁੱਛਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤਾ ਸੀ, ਬਾਬਾ ਵਸਹਿ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਬਚਨ ਕਹਿ ਦਿੱਤਾ। ਉਸ ਤੋਂ ਬਾਅਦ
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜਿੱਥੇ ਗੁਰਦੁਆਰਾ ਅੱਜ ਬਾਲਾ ਸਾਹਿਬ ਹੈ। ਉਸ ਤੋਂ ਬਾਅਦ ਜਦੋਂ ਅਸੀਂ ਪੜ੍ਹਦੇ ਹਾਂ ਕਿ ਬਕਾਲੇ ਵਿੱਚ 22 ਮੰਝੀਆਂ ਲੱਗ ਗਈਆਂ। ਉਹ ਕਹਿੰਦਾ ਮੈਂ ਗੁਰੂ ਸਾਰਿਆਂ ਨੇ ਆਪਣੇ ਆਪਣੇ ਚੇਲੇ ਬਣਾਏ ਹੋਏ ਨੇ। ਉੱਥੇ ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਪੁੱਤਰ ਤੁਹਾਡੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਸਮਾਂ ਆਏਗਾ ਗੁਰਗੱਦੀ ਤੇ ਬਿਰਾਜਮਾਨ ਹੋਗੇ, ਹੁਣ ਤੁਹਾਡੇ ਵੱਲ ਇਸ਼ਾਰਾ ਕਰ ਗਏ ਨੇ ਤੇ ਤੁਸੀਂ ਆਪ ਪ੍ਰਗਟ ਹੋਵੋ। ਪਰ ਆਪ ਚੁੱਪ ਬੈਠੇ ਨੇ। ਫਿਰ ਭਾਈ ਮੱਖਣ ਸ਼ਾਹ ਲਬਾਣਾ ਜਿਹੜਾ ਹੈ ਉਹਨਾਂ ਨੇ ਪ੍ਰਗਟ ਕੀਤਾ। ਇਤਿਹਾਸ ਆਪ ਸਾਰੇ ਜਾਣੂ ਹੋ ਕਿ ਉਹਨਾਂ ਦਾ ਜਦੋਂ ਬੇੜਾ ਸੂਰਤ ਦੀ ਬੰਦਰਗਾਹ ਦੇ ਅੰਦਰ ਡੁੱਬਦਾ ਪਿਆ ਸੀ ਤੇ ਜਿਹੜੇ ਬੇੜੇ ਨੂੰ ਚਲਾਉਣ ਵਾਲੇ ਮਲਾਹ ਸਨ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਕਹਿੰਦੇ ਨੇ ਇਸ ਬੇੜੇ ਨੂੰ ਹੁਣ ਕੋਈ ਨਹੀਂ ਬਚਾ ਸਕਦਾ। ਭਾਈ ਮੱਖਣ ਸ਼ਾਹ ਕਹਿੰਦੇ ਨੇ ਮੇਰੇ ਕੋਲ ਇੱਕ ਐਸਾ ਮਲਾਹ ਹੈ ਜਿਹਦਾ ਸੁਭਾਅ ਹੀ ਇਹ ਹੈ ਕਿ ਡੁੱਬਦਿਆਂ ਨੂੰ ਤਾਰਨ ਵਾਲਾ। ਤੇ ਬਾਬਾ ਮੱਖਣ ਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਉਹਦਾ ਬੇੜਾ ਕਿਨਾਰੇ ਲੱਗਿਆ। ਭਾਈ ਮੱਖਣ ਸ਼ਾਹ ਫਿਰ ਇਹ ਉੱਥੇ ਬਾਬਾ ਬਕਾਲੇ ਪਹੁੰਚੇ। ਉਹਨਾਂ ਨੇ ਫਿਰ 22 ਮੰਝੀਆਂ ਸਾਰਿਆਂ ਦੇ ਜਿਹੜੇ 22 ਮੰਝੀ ਲਾ ਕੇ 22 ਗੁਰੂ ਬੈਠੇ ਸਨ, 2-2 ਮੋਹਰਾਂ ਸਭ ਦੇ ਅੱਗੇ ਰੱਖੀਆਂ। ਫਿਰ ਆਪ ਮਨ ਦੇ ਅੰਦਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੁਸੀਂ ਆਪ ਮੰਗ ਕੇ ਦਸਵੰਦੀ ਭੇਟਾ ਲੈ ਲੈਣਾ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ। ਜਦੋਂ ਬਾਬਾ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਫਿਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਪ੍ਰਚਾਰ ਫੇਰੀਆਂ ਤੇ ਵੀ ਗਏ, ਅੰਮ੍ਰਿਤਸਰ ਵੀ ਗਏ, ਪਟਨੇ ਦੀ ਧਰਤੀ ਵੱਲ ਵੀ ਗਏ, ਉੱਥੇ ਪਰਿਵਾਰ ਨੂੰ ਛੱਡ ਕੇ ਆਪ ਅਸਾਮ ਵੀ ਗਏ। ਇਤਿਹਾਸ ਬਹੁਤ ਵੱਡਾ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਤੇ ਕੀ ਕੀ ਬਰਕਤਾਂ ਵਤਾਈਆਂ। ਮੈਂ ਟੁਕ ਮਾਤਰ ਆਪ ਜੀ ਨਾਲ ਸਾਂਝ ਪਾਵਾਂ। ਕਹਿੰਦੇ ਨੇ ਇੱਕ ਪਿੰਡ ਸੀ ਸਮਾਊ, ਉਸ ਪਿੰਡ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਗਏ ਨੇ। ਇਹ ਜ਼ਿਲ੍ਹਾ ਮਾਨਸਾ ਦੇ ਕੋਲ ਇੱਕ ਪਿੰਡ ਹੈ। ਗੁਰਮੁਖ ਵਿਦਵਾਨ ਲਿਖਦੇ ਨੇ ਕਿ ਉੱਥੇ ਪਹੁੰਚੇ। ਜਦੋਂ ਉੱਥੇ ਪਹੁੰਚੇ ਤੇ ਪਿੰਡ ਵਿੱਚ ਬੜੀ ਚਹਿਲ ਪਹਿਲ ਹੈ, ਕਿਉਂਕਿ ਸਿੱਖ ਸੰਗਤਾਂ ਜਿਹੜੇ ਪਿਆਰ ਕਰਨ ਵਾਲੇ ਸਨ ਉਹ ਦੌੜੇ ਫਿਰਦੇ ਸਨ। ਜਿਸ ਤਰ੍ਹਾਂ ਹੁਣੇ ਵੀਰ ਸਾਰੇ ਹੀ ਉਦਮ ਕਰਦੇ ਫਿਰਦੇ ਸਨ, ਰਾਤ ਨੂੰ ਵੀ ਦਿਨੇ ਵੀ। ਇਸੇ ਤਰ੍ਹਾਂ ਸੇਵਕ ਪਿਆਰ ਕਰਨ ਵਾਲੇ ਸਿੱਖ ਸੇਵਾ ਭਾਵਨਾ ਵਿੱਚ ਲੱਗੇ ਸਨ। ਇੱਕ ਕਿਰਸਾਨ ਪੈਲੀ ਦੇ ਅੰਦਰ ਵਾਈ ਪਿਆ ਕਰਦਾ ਸੀ। ਉਹਦੀ ਪਤਨੀ ਦੁਪਹਿਰ ਨੂੰ 4 ਪ੍ਰਸ਼ਾਦੇ ਲੈ ਕੇ ਉਹਦੇ ਕੋਲ ਗਈ ਤੇ ਜਾ ਕੇ ਉਹਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਪਿੰਡ ਦੇ ਅੰਦਰ ਬੜੀ ਚਹਿਲ ਪਹਿਲ ਹੈ। ਤੇ ਅੱਗੋਂ ਕਿਰਸਾਨ ਕਹਿੰਦਾ ਹੈ ਕੋਈ ਆਇਆ ਹੋਏਗਾ ਵੱਡਾ ਬੰਦਾ। ਕਹਿੰਦੇ ਨਹੀਂ, ਮੈਂ ਇਹ ਸੁਣਿਆ ਹੈ ਬੀਬੀਆਂ ਪਾਸੋਂ ਕਿ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਮਾਲਕ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਨੇ ਤੇ ਉਹ ਬੜੀਆਂ ਬਰਕਤਾਂ ਦੇ ਮਾਲਕ ਨੇ। ਜਿਹੜਾ ਵੀ ਭਾਵਨਾ ਨਾਲ ਉਹਨਾਂ ਕੋਲ ਜਾਵੇ ਉਹ ਝੋਲੀ ਭਰ ਦਿੰਦੇ ਨੇ। ਚਲੋ ਆਪਾਂ ਵੀ ਦਰਸ਼ਨ ਕਰੀਏ। ਉਸ ਕਿਰਸਾਨ ਦੇ ਕੱਪੜੇ ਮਿੱਟੀ ਨਾਲ ਲਿਬੜੇ ਹੋਏ। ਅੱਗੋਂ ਕਹਿੰਦਾ ਹੈ ਭਾਗਵਾਨੇ ਜੇ ਕਿਸੇ ਸੰਤ ਮਹਾਤਮਾ ਕੋਲ ਗੁਰੂ ਕੋਲ ਜਾਈਦਾ ਹੈ ਕੁਝ ਭੇਟਾ ਵੀ ਰੱਖੀ ਦੀ ਹੈ। ਮੇਰੇ ਕੱਪੜੇ ਮਿੱਟੀ ਨਾਲ ਲਿਬੜੇ ਹੋਏ ਨੇ, ਇਸ ਤਰੀਕੇ ਨਾਲ ਕਿਸ ਤਰ੍ਹਾਂ ਚੱਲਾਂਗੇ ਆਪਾਂ? ਸਾਡੇ ਕੋਲ ਕੋਈ ਭੇਟਾ ਵੀ ਨਹੀਂ। ਤੇ ਅੱਗੋਂ ਭਾਵਨਾ ਵਾਲੀ ਭਾਵਨਾ ਬਣਾ ਕੇ ਕਹਿੰਦੇ ਨਹੀਂ ਇਹ ਜਿਹੜੇ 4 ਪ੍ਰਸ਼ਾਦੇ ਤੁਹਾਡੇ ਵਾਸਤੇ ਲਿਆਂਦੇ ਨੇ, ਇਹ ਗੰਡਾ ਲਿਆਂਦਾ ਹੈ, ਇਹ ਜੋ ਕੁਝ ਹੈ ਇਹ ਚੱਲ ਕੇ ਆਪਾਂ ਭੇਟਾ ਰੱਖ ਦੇਵਾਂਗੇ ਗੁਰੂ ਦੇ ਅੱਗੇ। ਇਹ ਬਚਨ ਜਦੋਂ ਉਹਦੇ ਕੀਤੇ ਤੇ ਦੋਵੇਂ ਹੀ ਜੀ ਕਿਰਸਾਨ ਦੇ ਜਿਹੜੇ ਕੱਪੜੇ ਨੇ ਉਹ ਲਿਬੜੇ ਹੋਏ ਨੇ ਮਿੱਟੀ ਨਾਲ, ਕਿਉਂਕਿ ਪੈਲੀ ਦੇ ਅੰਦਰ ਕੰਮ ਕਰਦਾ ਪਿਆ ਸੀ। ਤੇ ਜਦੋਂ ਦੋਵੇਂ ਜੀ ਗਏ ਅੱਗੇ ਕੀ ਦੇਖਦੇ ਨੇ? ਕੋਈ ਕੀਮਤੀ ਤੋਂ ਕੀਮਤੀ ਕੱਪੜਾ ਭੇਟਾ ਦੇ ਰਿਹਾ ਹੈ, ਕੋਈ ਰੁਪਈਆ ਭੇਟਾ ਦੇ ਰਿਹਾ ਹੈ, ਕੋਈ ਸੋਨਾ, ਕੋਈ ਕੁਝ। ਤੇ ਦੋਵੇਂ ਸੋਚਦੇ ਨੇ ਕਿ ਸਾਡੇ ਇਹਨਾਂ 4 ਪ੍ਰਸ਼ਾਦਿਆਂ ਦਾ ਇੱਥੇ ਕੀ ਮੁੱਲ ਪਏਗਾ। ਦੇਖੋ ਭਾਵਨਾ।
ਅਸੀਂ ਤੁਸੀਂ ਭਾਵਨਾ ਬਣਾਵਾਂਗੇ, ਗੁਰੂ ਆਵਾਜ਼ ਮਾਰਦਾ ਹੈ। ਗੱਲ ਸ਼ੁਰੂ ਕੀਤੀ ਸੀ ਨਾ, ਗੁਰੂ ਪਾਤਸ਼ਾਹ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਅਸੀਂ ਭਾਵਨਾ ਤਾਂ ਬਣਾਈਏ। ਕਹਿੰਦੇ ਨੇ ਦੋਵੇਂ ਜੀ ਗੇਟ ਤੇ ਹੀ ਬਾਹਰ ਖੜੇ ਨੇ। ਕਹਿੰਦੇ ਨੇ ਸਾਡੇ ਨਾ ਚਾਰ ਪ੍ਰਸ਼ਾਦਿਆਂ ਦਾ ਮੁੱਲ ਕੀ ਪਏਗਾ, ਤੇ ਦੂਰੋਂ ਹੀ ਨਮਸਕਾਰ ਕਰਕੇ ਸਭ ਤੋਂ ਪਿੱਛੇ ਹੀ ਬੈਠ ਗਏ। ਦੀਵਾਨ ਦੀ ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿਸੇ ਦੀ ਕੋਈ ਭੇਟਾ ਤਾਂ ਨਹੀਂ ਦੇਣ ਵਾਲੀ। ਹੁਣ ਸਭ ਨੇ ਕਿਹਾ ਕੋਈ ਨਹੀਂ। ਇਹ ਦੋਵੇਂ ਬੈਠੇ ਨੇ ਪਿੱਛੇ, ਤੇ ਇੱਕ ਸਿੱਖ ਨੂੰ ਭੇਜਿਆ, ਜਾ ਦੋਵੇਂ ਜੀਆਂ ਨੂੰ ਬੁਲਾ ਕੇ ਲਿਆ। ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਕਹਿੰਦੇ ਨੇ ਲਿਆਓ ਭਾਈ, ਜਿਹੜੀ ਭੇਟਾ ਸਾਡੀ ਲੈ ਕੇ ਆਇਓ ਸਾਨੂੰ ਦਿਓ। ਚਰਨ ਪਕੜ ਲਏ ਦੋਵਾਂ ਜੀਆਂ ਨੇ, ਘੁੱਟ ਕੇ ਕਹਿੰਦੇ ਨੇ ਦਾਤਾ ਤੂੰ ਬੇਅੰਤ ਹੈ। ਉਹ ਚਾਰ ਪ੍ਰਸ਼ਾਦੇ ਹੱਥਾਂ ਵਿੱਚ ਦਿੱਤੇ ਤੇ ਥੋੜਾ ਜਿਹਾ ਆਪ ਛਕ ਕੇ ਸਿੱਖ ਸੰਗਤਾਂ ਵਿੱਚ ਕਹਿੰਦੇ ਵਰਤਾ ਦਿਓ। ਇਹ ਨੇ ਗੁਰੂ ਤੇਗ ਬਹਾਦਰ ਜੀ ਬਰਕਤਾਂ ਵਰਤਾਉਂਦੇ ਹੋਏ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ। ਮਹਿਰਾਜ ਦੀ ਜੰਗ ਵੀ ਲੜੀ। ਮਹਿਰਾਜ ਦੀ ਜੰਗ ਵਿੱਚ ਗੁਰੂ ਪਾਤਸ਼ਾਹ ਸਾਰਿਆਂ ਦੀ ਸਾਰ ਸੰਭਾਲ ਕਰ ਰਹੇ ਨੇ। ਕਿੰਨੇ ਸਿੱਖ ਜਿਹੜੇ, ਕਿਉਂਕਿ ਕੁਝ ਸ਼ਹੀਦ ਵੀ ਹੋਏ ਸਨ, ਕੁਝ ਜ਼ਖਮੀ ਵੀ ਹੋਏ ਸਨ। ਸਾਰਿਆਂ ਦੀ ਸਾਰ ਸੰਭਾਲ ਕਰਦਿਆਂ ਇੱਕ ਥਾਂ ਪਹੁੰਚੇ। ਇੱਕ ਸਿੱਖ ਜਿਹੜਾ ਸੀ ਉਹ ਲਹੂ ਨਾਲ ਫੱਟੜ ਹੋਇਆ ਪਿਆ ਸੀ, ਸਾਰਾ ਸਰੀਰ ਲਹੂ ਨਾਲ ਭਿੱਜਿਆ ਹੋਇਆ, ਤੇ ਉਹਦੇ ਸਵਾਸ ਚੱਲਦੇ ਪਏ ਨੇ। ਜਾ ਕੇ ਉਸ ਨੂੰ ਗਲ ਵਕੜੀ ਵਿੱਚ ਲੈ ਕੇ ਪਾਤਸ਼ਾਹ ਤੇ ਆਪਣੇ ਰੁਮਾਲ ਨਾਲ ਉਹਦਾ ਮੂੰਹ ਪੂੰਝ ਕੇ, ਕਹਿੰਦੇ ਨੇ ਉਹਦਾ ਨਾਮ ਸੀ ਸਿੱਖ ਦਾ ਭਾਈ ਮੁਗਲੂ ਜੀ। ਉਹਦਾ ਭਾਈ ਮੁਗਲੂ ਜੀ ਦਾ ਮੂੰਹ ਸਾਫ਼ ਕਰਕੇ ਉਹਨੂੰ ਪੁੱਛਦੇ ਨੇ, ਕਹਿੰਦੇ ਨੇ ਸਿੱਖਾ, ਆਵਾਜ਼ ਮਾਰੀ, ਅੱਖਾਂ ਉਹਨੇ ਖੋਲੀਆਂ, ਗੁਰੂ ਦੀ ਗੋਦੀ ਤੇ ਸਿਰ ਆਪਣਾ, ਤੇ ਕਹਿੰਦੇ ਨੇ ਸਿੱਖਾ ਮੰਗ ਜੋ ਕੁਝ ਮੰਗਦਾ ਹੈ, ਅੱਜ ਤੇਰੀਆਂ ਝੋਲੀਆਂ ਭਰ ਦੇਵਾਂਗੇ। ਕਹਿੰਦੇ ਨੇ ਦਾਤਿਆ, ਜੇ ਅੱਜ ਤਰੁੱਠੇ ਹੋ ਤੇ ਇਹ ਬਖਸ਼ਿਸ਼ ਕਰੋ ਕਿ ਜਦੋਂ ਮੇਰਾ ਅੰਤਲਾ ਸਵਾਸ ਹੋਵੇ, ਤੁਹਾਡੀ ਗੋਦੀ ਹੋਵੇ ਤੇ ਮੇਰਾ ਸਿਰ ਹੋਵੇ। ਕਿਉਂਕਿ ਭਾਵਨਾ ਵਾਲੇ ਇੱਕ ਬਾਬਾ ਬੁੱਢਾ ਜੀ ਐਸੇ ਹੋਏ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਅੰਤਲੇ ਸਮੇਂ ਤੇ ਉਹਨਾਂ ਦੀ ਅਰਥੀ ਨੂੰ ਵੀ ਮੋਢਾ ਲਗਾਇਆ ਹੈ। ਭਾਈ ਗੁਰਦਾਸ ਜੀ, ਇਹੋ ਜਿਹੇ ਕਈ ਸਿੱਖ ਜਿਹੜੇ ਸਨ ਜਿਨ੍ਹਾਂ ਉੱਤੇ ਗੁਰੂ ਪਾਤਸ਼ਾਹ ਬਰਕਤ ਵਰਤਾਉਂਦੇ ਰਹੇ ਨੇ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਚੁੱਪ ਕਰ ਗਏ, ਕੁਝ ਨਹੀਂ ਬੋਲੇ। ਸਿੱਖ ਨੇ ਦੁਬਾਰਾ ਫਿਰ ਬਚਨ ਕੀਤਾ, ਕੁਝ ਨਹੀਂ ਬੋਲੇ। ਤੀਜੀ ਵਾਰ ਫਿਰ ਬਚਨ ਕੀਤਾ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਿੱਖਾ, ਆਪ ਪਛਾਣ ਵੀ ਆਪ ਕਰਾਉਣੀ। ਤੇ ਉਸ ਵੇਲੇ ਜਦੋਂ ਇਹ ਬਚਨ ਕਹੇ ਨਾ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਤੇਰਾ ਅੰਤਲਾ ਸਮਾਂ ਆਵੇ ਨਾ, ਤੇ ਉਦੋਂ ਘਰ ਦੇ ਬੂਹੇ ਖੁੱਲੇ ਰੱਖਣਾ। ਉਦੋਂ ਘਰ ਦੇ ਬੂਹੇ ਖੁੱਲੇ ਰੱਖਣਾ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ। ਗੁਰੂ ਹਰਿਰਾਏ ਸਾਹਿਬ ਜੀ ਦਾ ਸਮਾਂ ਲੰਘਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਲੰਘਿਆ। ਹੁਣ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ। ਉਧਰੋਂ ਉਸ ਸਿੱਖ ਦਾ ਵੀ ਅੰਤਲਾ ਸਮਾਂ ਆਇਆ ਪਿਆ ਹੈ। ਇਹ ਸਿੱਖ ਜਿਹਦਾ ਪਿੰਡ ਦਾ ਨਾਮ ਸੀ ਗੰਡੂਆ, ਗੰਡੂਆ ਪਿੰਡ ਦਾ ਰਹਿਣ ਵਾਲਾ ਸੀ, ਮਾਲਵੇ ਦੀ ਧਰਤੀ ਤੇ ਰਹਿੰਦਾ ਸੀ ਇਹ। ਤੇ ਕਹਿੰਦੇ ਨੇ ਗੁਰੂ ਪਾਤਸ਼ਾਹ ਪ੍ਰਚਾਰ ਦੌਰਾ ਕਰਦੇ ਹੋਏ ਉੱਥੇ ਹੀ ਨੇੜੇ ਪਿੰਡਾਂ ਵਿੱਚ ਪਹੁੰਚੇ ਨੇ। ਇੱਕ ਪਿੰਡ ਕਣਕਵਾਲ ਲਿਖਿਆ ਹੈ, ਕੁਝ ਵਿਦਵਾਨ ਭਿੱਖੀ ਲਿਖਦੇ ਨੇ। ਉੱਥੇ ਗੁਰੂ ਪਾਤਸ਼ਾਹ ਪਹੁੰਚੇ ਤੇ ਅੱਜ ਅੰਮ੍ਰਿਤ ਵੇਲੇ ਰਾਤ ਨੂੰ ਜਦੋਂ ਇਹਦਾ ਸਮਾਂ ਸੀ ਸਵੇਰੇ, ਤੇ ਰਾਤ ਨੂੰ ਇਹਨੇ ਆਪਣੇ ਬੱਚਿਆਂ ਨੂੰ ਕਹਿ ਦਿੱਤਾ ਕਿ ਦਰਵਾਜ਼ੇ ਅੱਜ ਖੋਲ ਦੇਣੇ। ਬੱਚੇ ਕਹਿੰਦੇ ਨੇ ਦਰਵਾਜ਼ੇ ਖੋਲਾਂਗੇ ਤੇ ਚੋਰੀ ਹੋ ਜਾਏਗੀ। ਕਹਿੰਦੇ ਨਹੀਂ, ਜਿਸ ਘਰ ਦਾ ਰਖਵਾਲਾ ਗੁਰੂ ਨਾਨਕ ਹੋਵੇ ਉਸ ਘਰ ਵਿੱਚੋਂ ਚੋਰੀ ਨਹੀਂ ਹੋ ਸਕਦੀ। ਇਹ ਬਚਨ ਇਸ ਸਿੱਖ ਨੇ ਕਹੇ। ਤੇ ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ, ਗੁਰੂ ਤੇਗ ਬਹਾਦਰ ਜੀ ਉੱਥੋਂ ਘੋੜੇ ਦੇ ਉੱਤੇ ਜੀਨ ਵੀ ਨਹੀਂ ਪਾਈ, ਘੋੜੇ ਦੇ ਉੱਤੇ ਸਵਾਰ ਹੋ ਕੇ ਉੱਥੋਂ 30 ਕਿਲੋਮੀਟਰ 30 ਮੀਲ ਦੂਰ ਸਨ ਗੁਰੂ ਪਾਤਸ਼ਾਹ। ਤੇ ਉੱਥੋਂ ਘੋੜੇ ਦੇ ਉੱਤੇ ਚੜ੍ਹ ਕੇ ਤੇ ਉਸ ਸਿੱਖ ਕੋਲ ਪਹੁੰਚੇ। ਜਦੋਂ ਸਿੱਖ ਨੇ
ਆਪਣਾ ਨੇਮ ਨਿਭਾ ਲਿਆ ਸੀ। ਨੇਮ ਨਿਭਾਉਣ ਤੋਂ ਬਾਅਦ ਜਦੋਂ ਸਿੱਖ ਨੇ ਅੱਖਾਂ ਮੀਟੀਆਂ ਹੋਈਆਂ ਤੇ ਗੁਰੂ ਤੇਗ ਬਹਾਦਰ ਜੀ ਉਸ ਕੋਲ ਜਾ ਕੇ ਪਹੁੰਚੇ। ਜਾ ਕੇ ਉਹਨੂੰ ਆਵਾਜ਼ ਮਾਰੀ ਕਿ ਸਿੱਖਾ ਅੱਖਾਂ ਖੋਲ੍ਹ, ਅਸੀਂ ਆਏ ਹਾਂ। ਤੇ ਭਾਵਨਾ ਵਾਲੇ ਲਿਖਦੇ ਨੇ ਕਿ ਇਹਨੇ ਅੱਖਾਂ ਖੋਲੀਆਂ ਤੇ ਇਹ ਕਹਿੰਦਾ ਸਤਿਗੁਰੂ ਤੁਸੀਂ ਆ ਗਏ ਹੋ, ਜਿਸ ਰੂਪ ਵਿੱਚੋਂ ਤੁਸੀਂ ਬਚਨ ਕੀਤਾ ਸੀ ਉਸੇ ਦੇ ਹੀ ਮੈਨੂੰ ਕਹਿੰਦੇ ਨੇ ਝਲਕਾਰੇ ਦਿਓ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਉਸ ਸਿੱਖ ਨੂੰ ਗੁਰੂ ਤੇਗ ਬਹਾਦਰ ਜੀ ਵਿੱਚੋਂ ਹੋਏ। ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਗੋਦੀ ਵਿੱਚ ਸਿਰ ਲੈ ਕੇ ਕਿਹਾ ਸਿੱਖਾ ਮਨ ਦੇ ਫੁਰਨਿਆਂ ਨੂੰ ਸੰਕੋਚ ਤੇ ਮਨ ਦੇ ਫੁਰਨਿਆਂ ਨੂੰ ਸੰਕੋਚ ਕੇ ਬੋਲ ਵਾਹਿਗੁਰੂ। ਇੱਕ ਵਾਰ, ਦੋ ਵਾਰ, ਤਿੰਨ ਵਾਰ, ਜਦੋਂ ਚੌਥੀ ਵਾਰ, ਪੰਜਵੀਂ ਵਾਰ ਬੋਲਿਆ ਤੇ ਉਹਦਾ ਸਰੀਰ ਇੱਥੇ ਰਹਿ ਗਿਆ। ਅੰਤਲਾ ਜਿਹੜਾ ਸੀ ਉਹ ਗੁਰੂ ਦੀ ਗੋਦ ਵਿੱਚ ਚਲਾ ਗਿਆ। ਸੋ